ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਉਮੀਦ ਕਰਨਾ ਜੀ ਤੁਸੀਂ ਸਾਰੇ ਹੋਵੋਗੇ ਠੀਕ। ਮੈਂ ਜਨਾਬ ਦਾ ਆਪਣਾ ਜੀ ਬੰਦਾ ਨਾ ਚੀਜ਼ ਅੱਜ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਬੰਦੇ ਦੀ ਲੈ ਕੇ ਜਨਾਬ ਗੱਲ ਹਾਜ਼ਰ ਹੋ ਗਈ ਹੈ। ਬੜੇ ਬੰਦੇ ਆਖਦੇ ਨੇ ਵੀ ਸਊਦੀ ਅਰਬ ਦੇ ਵਿੱਚ ਕੰਮ ਕੋਈ ਨਹੀਂ ਹੈ ਵੀ, ਜਾਂ ਸਊਦੀ ਅਰਬ ਦੇ ਹਾਲਾਤ ਬੜੇ ਮਾੜੇ ਨੇ, ਲੇਕਿਨ ਉਹਦੇ ਨਾਲ ਨਾਲ ਇਸੇ ਤਰ੍ਹਾਂ ਦੇ ਵੀ ਬੰਦੇ ਹਨ ਨੇ ਕਿ ਜਿਹੜੇ ਇਸ ਚੀਜ਼ ਨੂੰ ਮੰਨਦੇ ਨੇ ਕਿ ਰੋਣਾ ਤੇ ਉਂਝ ਬੰਦੇ ਦਾ ਪੇਸ਼ਾ ਹੈ, ਜਾਂ ਹਰ ਟਾਈਮ ਸਿਰ ਤੇ ਬਾਹਾਂ ਰੱਖੀ ਰੱਖਣੀਆਂ, ਜਾਂ ਜਿਹੜੀ ਨਾਸ਼ੁਕਰੀ ਦੀ ਜਿਹੜੀ ਅਸੀਂ ਢੋਲਕੀ ਕੁੱਟਦੇ ਰਹਿੰਦੇ ਹਾਂ, ਉਹ ਇਨਸਾਨ ਦਾ ਪੇਸ਼ਾ ਹੈ। ਬਈ ਇਨਸਾਨ ਕਿਸੇ ਵੀ ਹਾਲਤ ਵਿੱਚ ਖੁਸ਼ ਨਹੀਂ ਹੈ। ਹਰ ਟਾਈਮ ਅਸੀਂ ਆਖਦੇ ਹਾਂ ਕਿ ਇਹ ਖਰਾਬੀ ਹੈ, ਇਹ ਖਰਾਬੀ ਹੈ, ਫਲਾਣੀ ਚੀਜ਼ ਨਹੀਂ, ਫਲਾਣੀ ਚੀਜ਼ ਨਹੀਂ। ਲੇਕਿਨ ਇਸੇ ਦੁਨੀਆ ਦੇ ਵਿੱਚ ਹੀ ਅੱਲਾ ਦੇ ਐਸੇ ਵੀ ਬੰਦੇ ਹਨ ਨੇ ਕਿ ਜਿਹੜੇ ਮਾਲਕ ਦੀ ਜ਼ਾਤ ਨੂੰ ਬੜਾ ਸ਼ੁਕਰ ਕਰਦੇ ਨੇ, ਉਹਦੀ ਜ਼ਾਤ ਦਾ ਵੀ, ਤੇ ਨਾਲ ਆਪਣੇ ਜਿਹੜੀਆਂ ਵੀ ਅੱਲਾ ਨੇ ਨਿਅਮਤਾਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰ ਕਰਦੇ ਨੇ। ਅੱਜ ਮੈਂ ਜੀ ਇਸੇ ਤਰ੍ਹਾਂ ਹੀ ਸਊਦੀ ਅਰਬ ਦੀਆਂ ਸੜਕਾਂ ਤੇ ਫਿਰਦਿਆਂ ਟੁਰਦਿਆਂ ਇੱਕ ਐਸਾ ਜੀ ਲੱਭਿਆ ਕਿ ਜਿਨ੍ਹਾਂ ਦੀ ਗੱਲ ਸੁਣ ਕੇ ਤੇ ਮੈਨੂੰ ਬੜਾ ਸਕੂਨ ਵੀ ਆਇਆ, ਤੇ ਮੇਰਾ ਜੀ ਕੀਤਾ ਮੈਂ ਤੁਹਾਡੇ ਤੱਕ ਜਿਹੜੀ ਇਹ ਗੱਲ ਸਾਂਝੀ ਕਰਾਂ ਕਿ ਕਿਸ ਤਰ੍ਹਾਂ ਕਰਕੇ ਸਊਦੀ ਅਰਬ ਦੇ ਵਿੱਚ ਜਿਹੜੇ ਕੋਈ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਕੰਮ ਸੈੱਟ ਨੇ, ਜਾਂ ਜਿਹੜੇ ਮਾਲਕ ਦੀ ਰਜ਼ਾ ਦੇ ਉੱਤੇ ਬੇਬਾਕ ਖੁਸ਼। ਤੇ ਮੇਰੇ ਨਾਲ ਅੱਜ ਭਾਈ ਹਰੀ ਮੌਜੂਦ ਨੇ, ਮੈਂ ਇਹਨਾਂ ਕੋਲ ਪੁੱਛਣਾ ਵੀ ਮਤਲਬ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਕੰਮ ਹੈ ਜਾਂ ਕੀ ਹਿਸਾਬ ਹੈ ਇਹਨਾਂ ਦਾ। अस्सलाम वालेकुम। वालेकुम सलाम। ਕੀ ਹਾਲ ਹੈ? अल्हम्दुलिल्लाह ठीक ਕੀ है। ਨਾਮ ਹੈ ਭਾਈ ਤੁਹਾਡਾ? मेरा नाम ज़ियाउल्लाह है ਜ਼ਿਆਉਲ। और मंडी बाउद्दीन नाम मेरा ताल्लुक है। ਅੱਛਾ, ਮੰਡੀ ਬਾਵਲ। ਅੱਛਾ ਜ਼ਿਆਉल्ला ਸਾਹਿਬ, ਕਿੰਨਾ ਚਿਰ ਹੋ ਗਿਆ ਤੇ ਤੁਹਾਨੂੰ ਸਊਦੀ ਅਰਬ ਦੇ ਵਿੱਚ? मैं 2014 च पहली बार आया सी सऊदीया और ਯਾਨੀ ਕਿ ਇਹ ਹੁਣ 12ਵਾਂ ਸਾਲ ਲੱਗ ਗਿਆ। हाँ तकरीबन वैसे मैं 4-5 साल पाकिस्तान चला गया सी। ਠੀਕ ਹੋ ਗਿਆ। सऊदीया छोड़ के ਤੇ ਤੁਹਾਡਾ ਇੱਥੇ ਕਿਹੜਾ ਕੰਮ ਹੈ? मैं बेसिकली ड्राइवर हाँ ਅੱਛਾ, और साथ परचेजिंग का काम करना। ਪਰਚੇਤਨ Company ਯਾਨੀ ਕਿ ਵਾਸਤੇ। ਦੋ ਕੰਮ ਕਰਦੇ ਹੋ। 2 काम करना। ਅੱਛਾ, ਸਊਦੀ ਅਰਬ ਦੇ ਵਿੱਚ ਜ਼ਾਹਿਰ ਰੋਜ਼ਗਾਰ ਵੀ ਵਾਲੇ ਵੀ ਹਾਂਜੀ। ਬੰਦੇ ਹਨ ਨੇ, ਬੇਰੋਜ਼ਗਾਰ ਵੀ ਹਨ, ਲੇਕਿਨ ਜਿਹੜੀ ਆਮ ਗੱਲ ਸੁਣੀ ਗਈ ਹੈ ਵੀ ਸਾਡੇ ਕੋਲੇ ਕੰਮ ਕੋਈ ਨਹੀਂ। ਤੁਸੀਂ ਵੀ ਸੁਣਿਆ ਹੋਵੇਗਾ ਵੀ ਬੰਦੇ ਆਖਦੇ ਨੇ ਵੀ ਯਾਰ ਅਸੀਂ ਸਊਦੀ ਅਰਬ ਆ ਗਏ ਹਾਂ, ਸਾਡੇ ਕੋਲ ਕੰਮ ਕੋਈ ਨਹੀਂ ਹੈ। ਇਹਨਾਂ ਨੂੰ ਤੁਸੀਂ ਮਤਲਬ ਕਿ ਕਿਸ ਨਜ਼ਰ ਨਾਲ ਵੇਖਦੇ ਹੋ, ਜਾਂ ਤੁਹਾਡਾ ਕੀ ਮਤਲਬ ਕਿ ਨੁਕਤਾ ਨਜ਼ਰ? सब तो पहली गल जी चीज़ है ना बेसिक सऊदी अरब जो ये है कि वीज़े की कैटागरी की है तुहाडी। ਜੀ ਤੁਸੀਂ ਕਿਸ ਵੀਜ਼ੇ ਤੇ ਆਏ ਹੋ, ਜੀ ਤੁਹਾਨੂੰ ਕੀ ਦੱਸਿਆ ਗਿਆ ਹੈ, ਤੁਸੀਂ ਕਿਸ ਕੰਮ ਤੇ ਮਤਲਬ ਵਾਸਤੇ ਆਏ ਹੋ। ਠੀਕ ਹੈ ਸਾਡੇ ਜਿਹੜੀ ਮੈਜੋਰਟੀ ਹੈ ਨਾ ਉਹ ਇਸ ਚੀਜ਼ ਦੇ ਕਿ ਵੀਜ਼ਾ ਉਹਨਾਂ ਦਾ ਕਾਰ ਦੇ ਡਰਾਈਵਰ ਦਾ ਹੈ, ਜੀ ਠੀਕ ਹੈ। ਉਹ ਲੀਗਲ ਤਰੀਕੇ ਨਾਲ ਤੁਸੀਂ ਸਿਰਫ ਕਾਰ ਦੀ ਡਰਾਈਵਰੀ ਕਰ ਸਕਦੇ ਹੋ, ਜੀ ਜੀ ਲੇਕਿਨ ਕੰਮ ਉਹ ਜਿਹੜਾ ਟੁੱਟਦੇ ਨੇ ਬਾਹਰ ਮਜ਼ਦੂਰੀ ਕਰਨੀ। ਇੰਜੀ ਗੱਲ, ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ ਉਹਨਾਂ ਨੇ ਕੰਪਨੀ ਤੇ ਕੰਮ ਬਿਲਕੁਲ ਨਹੀਂ ਦੇ ਕੇ ਰਾਜ਼ੀ। ਇੰਜੀ ਗੱਲ, ਵਜ੍ਹਾ ਕਿਉਂਕਿ ਨਾ ਐਗਰੀਮੈਂਟ ਹੋ ਸਕਦਾ ਹੈ, ਇਸੇ ਗੱਲ ਨਾ ਵੀਜ਼ਾ ਮੈਚ ਹੁੰਦਾ ਹੈ, ਇੰਜੀ। ਤੇ ਦੂਜੇ ਇਸ ਰੋਜ਼ਗਾਰ ਦੇ ਲਿਹਾਜ਼ ਨਾਲ ਜਿਹੜੀ ਗੱਲ ਤੁਸੀਂ ਕਰਦੇ ਸੀ, ਮੈਂ ਪੁੱਛਦੇ ਸੀ ਪਾ ਕਿ ਮੇਰੇ ਖਿਆਲ ਨਾਲ ਗਲਫ ਕੰਟਰੀ ਵਿੱਚ ਰੋਜ਼ਗਾਰ ਜਿਹੜਾ ਨਾ ਸਭ ਤੋਂ ਬੈਸਟ ਅਗਰ ਤੁਸੀਂ ਪਾਕਿਸਤਾਨ ਚੋਂ ਬਾਹਰ ਨਿਕਲਣਾ ਨਾ ਤਾਂ ਸਊਦੀਆ ਹੈ ਜੀ। ਸਊਦੀਆ ਵਿੱਚ ਮਜ਼ਦੂਰੀ ਦੇ ਚਾਂਸਸ ਜ਼ਿਆਦਾ। ਸੁਬਹ ਦਾ ਜਿਸਮ ਕਾਇਮ ਹੁੰਦਾ, ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬੰਦੇ ਜਿਹੜੇ ਨੇ ਖਲੋਤੇ ਹੁੰਦੇ ਨੇ। ਬਿਲਕੁਲ, ਉਹ ਮੈਂ ਉਹੀ ਗੱਲ ਪਹਿਲਾਂ ਕੀਤੀ ਜੀ ਵੀਜ਼ੇ ਦੀ ਕੈਟਾਗਰੀ ਤੇ ਬੰਦੇ ਦਾ ਜਿਹੜਾ ਨਾ ਉਹ ਡਿਪੈਂਡ ਕਰਦਾ ਹੈ। ਜੀ ਜੀ ਸਾਡੀ ਇਸ ਟਾਈਮ ਅਗਰ ਤੁਸੀਂ ਕੋਈ ਵੀ ਮਤਲਬ ਕਰ ਲਓ, ਸਰਵੇ ਕਰ ਲਓ ਨਾ, ਤੁਹਾਨੂੰ ਪਤਾ ਚੱਲੇਗਾ ਸਾਡੇ ਵੀਜ਼ੇ ਦੀ ਮੈਚੁਰਿਟੀ ਜਿਹੜੀ ਹੈ ਨਾ ਉਹ ਗਲਤ ਹੈ। ਇਸੇ ਤਰ੍ਹਾਂ ਗਲਤ ਇਹ ਹੈ ਕਿ ਸਹਿ ਖਾਸ ਦਾ ਵੀਜ਼ਾ ਜ਼ਿਆਦਾ ਬੰਦਿਆਂ ਕੋਲ, ਜੀ ਜਾਂ ਫਰਜ਼ੀ ਮੁਸੱਸਿਆਂ ਦੇ ਵੀਜ਼ੇ ਲੈਣ, ਠੀਕ ਹੈ। ਅੱਗੋਂ ਕੰਮ ਤੁਸੀਂ ਆਪ ਢੂੰਢਣਾ ਹੈ। ਇੰਜੀ ਗੱਲ, ਪਰ ਜਿਹੜਾ ਸਊਦੀਆ ਦਾ ਸਿਸਟਮ ਅਪਡੇਟ ਹੁੰਦਾ ਪਿਆ, ਹਰ ਰੋਜ਼ ਮਤਲਬ ਅਪਡੇਟ ਹੁੰਦਾ ਹੈ। ਜਿਹੜੇ ਵੱਡੇ ਪ੍ਰੋਜੈਕਟ ਨੇ ਜ਼ਿਆਦਾ ਕੰਪਨੀਆਂ ਨੂੰ ਮਿਲਦੇ ਨੇ, ਜੀ ਠੀਕ ਹੋ ਗਿਆ। ਹੁਣ ਕੰਪਨੀਆਂ ਜਿਹੜੀਆਂ ਨੇ ਉਹਨਾਂ ਆਪਣੀ ਲੇਬਰ ਰੱਖੀ ਹੈ, ਜੀ ਉਹ ਬਾਹਰਲੇ ਬੰਦਿਆਂ ਵਾਸਤੇ ਉਹਨਾਂ ਨੂੰ ਮੁਕਾਬਲ ਚਾਹੀਦੇ ਨੇ, ਯਾਨੀ ਉਹ ਸਪਲਾਇਰ ਚਾਹੀਦੇ ਨੇ। ਇਹਨਾਂ ਬੰਦਿਆਂ ਦਾ ਤਲਕ ਸਪਲਾਇਰਾਂ ਨਾਲ ਵੀ ਨਹੀਂ ਹੁੰਦਾ, ਤੇ ਉਹ ਫਿਰ ਉਹ ਵਿਚਾਰੇ ਖੱਜਲ ਹੀ ਹੁੰਦੇ ਨੇ। ਅੱਛਾ ਬੋਸ, ਤੁਸੀਂ 2014 ਤੋਂ 12 ਸਾਲ ਹੋ ਗਏ, ਤੁਹਾਨੂੰ 12ਵਾਂ ਸਾਲ ਸ਼ੁਰੂ ਹੋ ਗਿਆ। ਜਿਹੜੇ ਬੰਦੇ ਮਤਲਬ ਉਥੋਂ ਕੁਝ ਏਜੰਟ ਜਿਹੜੇ ਨੇ ਸਬਜ਼ ਬਾਗ ਵਿਖਾਉਂਦੇ ਨੇ, ਜਾਂ ਮਤਲਬ ਕਿ ਦੂਸਰੇ ਤੀਸਰੇ ਬੰਦੇ ਦੀ ਗੱਲ ਸੁਣ ਕੇ ਬਈ ਚਲੋ ਸਊਦੀ ਅਰਬ ਟੁਰ ਚੱਲਦੇ, ਆਜ਼ਾਦ ਵੀਜ਼ਾ ਲਿਆ, ਉੱਥੋਂ ਫੜਿਆ ਤੇ ਇੱਧਰ ਆ ਗਏ। ਇਹ ਹੀ ਬੰਦੇ ਮੇਰੇ ਖਿਆਲ ਨਾਲ ਅਕਸਰ ਇੱਥੇ ਆ ਕੇ ਦਲੀਲ ਹੁੰਦੇ ਵੀ ਕੋਈ ਹੁਨਰ ਨਹੀਂ ਹੈ। ਏਜੰਟ ਜਿਹੜਾ ਉਹਨੂੰ ਤੇ ਪਤਾ ਹੀ ਕੋਈ ਜੀ ਉਸ ਤੇ ਉੱਥੇ ਸਊਦੀ ਅਰਬ ਉੱਥੇ ਪਾਕਿਸਤਾਨ ਬੈਗ ਦਫ਼ਤਰ ਚ ਬੈਗ ਤੇ ਉਸੇ ਆਪਣੇ ਪੈਸੇ ਕਮਾਣੇ। ਬਰਲ ਮੈਂ ਸਮਝਣਾ ਕਿ ਵਿੱਚ ਸਾਡੀ ਵੀ ਗਲਤੀ। ਜ਼ਾਹਿਰੀ ਗੱਲ ਹੈ, ਅਸੀਂ ਲਾਲਚ ਹੁੰਦੇ ਆ ਨਾ। ਜੀ ਅਸੀਂ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਸਾਡੇ ਤੇ ਲਾਲਚ ਹੁੰਦਾ ਹੈ। ਜਿਸ ਟਾਈਮ ਮਤਲਬ ਸਾਨੂੰ ਆਪਣੇ ਲਾਲਚ ਹੁੰਦਾ ਉਸ ਸਾਨੂੰ ਹਰ ਬੰਦਾ ਠੀਕ ਲੱਗਦਾ, ਟਰਸਟ ਕਰਨਾ ਪੈਂਦਾ ਸਾਨੂੰ। ਜੀ ਤੇ ਏਜੰਟ ਜਿਹੜਾ ਉਹ ਤੇ ਹੁੰਦਾ ਹੀ ਉਸ ਸ਼ਿਕਾਰ ਵਿੱਚ, ਬੰਦਾ ਸ਼ਿਕਾਰ ਕਦੋਂ ਰੈਡੀ ਹੈ। ਇਸੇ ਤਰ੍ਹਾਂ ਬਰਲ ਮੈਂ ਜਿਹੜੀ ਗੱਲ ਕਰਦਾ ਵੀ ਅਸੀਂ ਕੋਈ ਹੁਨਰ ਨਹੀਂ ਸਿੱਖਦੇ ਆ। ਬਿਲਕੁਲ, ਅਸੀਂ ਕਿਸੇ ਕਿਸਮ ਦੀ ਕੋਈ ਜਿਹੜੀ ਹੁੰਦੀ ਹੈ ਕਿ ਕਿਹੜਾ ਕੰਮ ਸਾਨੂੰ ਆਉਂਦਾ ਹੈ, ਜਾਂ ਉਹਦੇ ਤੋਂ ਇਲਾਵਾ ਅਸੀਂ
ਸਾਡਾ ਕੀ ਮੁਸਤਕਬਲ ਹੋਣਾ? ਸਾਡਾ ਪਾਕਿਸਤਾਨ 'ਚ ਮਾਹੌਲ ਹੀ ਨਹੀਂ ਹੈ ਇਹਦਾ। ਜਾ ਅਸੀਂ ਸਾਡੇ ਮਤਲਬ ਅਸੀਂ ਅਗਰ ਸਕੂਲ ਚਲੇ ਗਏ ਆ 10-12 ਸਾਲ ਚਲੇ ਗਏ ਆ, ਉਸ ਤੋਂ ਬਾਅਦ ਸਾਡੇ ਘਰ ਦਾ, ਸਾਡੇ ਖਾਨਦਾਨ ਦਾ, ਸਾਡੇ ਇਹਨਾਂ 'ਚ ਮਾਹੌਲ ਹੀ ਨਹੀਂ ਹੈ ਕਿ ਹੁਨਰ ਸਿੱਖੀਏ। ਇੰਜੀ ਗੱਲ ਅਸੀਂ ਵਿਹਲਾ ਰਹਿਣ ਨੂੰ ਜ਼ਿਆਦਾ ਤਰਜੀਹ ਦਿੰਦੇ ਆ, ਇੰਜੋਏ ਕਰਨਾ, ਸ਼ੁਰੂ ਤੋਂ ਇੰਜੋਏ ਕਰਨਾ ਕਿ ਅਸੀਂ ਆਪਣੀ ਲਾਈਫ ਇੰਜੋਏ ਕਰੀਏ, ਆਪਣੇ ਵੱਡੇ ਭਰਾ ਦੇ ਖਰਚੇ ਤੇ, ਮਾਂ ਪਿਓ ਦੇ ਖਰਚੇ ਤੇ ਇੰਜੋਏ ਕਰਨਾ ਚਾਹੁੰਦੇ। ਇਸੇ ਤਰ੍ਹਾਂ ਮੇਰਾ ਭਰਾ ਜਿਸ ਟਾਈਮ ਸਾਡੇ ਤੇ ਵੱਡੇ ਭਰਾ ਜਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਸਾਡੇ ਫਿਰ ਸ਼ਿਕਵੇ ਬਦਲਣ ਲੱਗ ਪੈਂਦੇ ਨੇ, ਨਾ ਸਾਡੇ ਤੋਂ ਤੰਗ ਕਰ ਲਿਆ, ਇਸੇ ਤਰ੍ਹਾਂ ਆ ਚਿਕਣ ਲੱਗ ਪੈਂਦੇ। ਹਾਲਾਂਕਿ ਉਹ ਕੀ ਕਰਨ, ਕਿੰਨਾ ਚਿਰ ਇੰਜੀ ਅਸੀਂ ਕੀ ਕਰਨੇ ਉਹਨਾਂ ਵਾਸਤੇ। ਇੰਜੀ ਗੱਲ ਠੀਕ ਹੈ। ਫਿਰ ਦੂਸਰੀ ਚੀਜ਼ ਹੈ ਕਿ ਅੱਜ ਦੇ ਦੌਰ ਵਿੱਚ ਸਭ ਤੋਂ ਜ਼ਿਆਦਾ ਪ੍ਰਮੋਟ ਕਿਨ ਕੀਤਾ ਜਾਂਦਾ ਹੈ? ਮਾਯੂਸੀ। ਇੰਜੀ ਗੱਲ ਤੁਸੀਂ ਸੋਸ਼ਲ ਮੀਡੀਆ ਉਠਾ ਲਓ, ਮਾਯੂਸੀ, ਨਾ ਸ਼ੁਕਰੀ ਹਰ ਪਾਸੇ। ਇੰਜੀ ਗੱਲ ਇਨਸਾਨ ਮਿਲੀਅਨਰ ਹੈ ਨਾ, ਜਾ ਅਗਰ ਉਹ ਨਾ ਸ਼ੁਕਰ ਹੈ ਨਾ, ਉਹਨੂੰ ਸਕੂਨ ਕੋਈ ਕੱਖ ਨਹੀਂ, ਵੀ ਨਹੀਂ ਹੈ। ਉਹ ਰਜਦਾ ਨਹੀਂ ਹੈ। ਇੰਜੀ ਗੱਲ ਠੀਕ ਹੈ। ਔਰ ਅਗਰ ਇਨਸਾਨ ਸ਼ੁਕਰਗੁਜ਼ਾਰ ਹੈ ਨਾ ਅੱਲਾਹ ਤਾਲਾ ਦਾ, ਇੰਜੀ ਗੱਲ ਉਹਦੇ ਕੋਲ ਕੱਖ ਵੀ ਨਹੀਂ, ਮੁਤਮਿਨ ਜ਼ਰੂਰ ਹੋਵੇਗਾ ਉਹ। ਬਿਲਕੁਲ ਸਹੀ, ਠੀਕ ਹੈ। ਬਿਲਕੁਲ ਇਸੇ ਤਰ੍ਹਾਂ ਸਭ ਤੋਂ ਬੇਸਿਕ ਚੀਜ਼ ਜਿਹੜੀ ਹੈ ਉਹ ਇਹ ਹੀ ਹੈ, ਇਨਸਾਨ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹੋਣਾ ਜੀ ਚਾਹੀਦਾ, ਹਾਂ। ਫਿਰ ਉਹਦਾ ਤਰੀਕਾ ਆਪਣਾ ਮੈਰਿਟ ਤੇ ਹੋਣਾ ਚਾਹੀਦਾ, ਸ਼ਿਕਵੇ ਤੇ ਨਹੀਂ ਹੋਣਾ ਚਾਹੀਦਾ। ਜਾ ਜਾ ਸਾਡੀ ਜਿਹੜੀ ਬੇਸ ਜ਼ਿਆਦਾ ਅਸੀਂ ਰਹਿੰਦੇ ਸ਼ਿਕਵੇ ਦਾ। ਨਹੀਂ ਬਹੁਤ ਜਿਹੜੀ ਮਤਲਬ ਉਹ ਗੱਲ ਮੈਂ ਵੀ ਤੁਹਾਡੇ ਸਾਹਮਣੇ ਕੀਤੀ ਗਈ ਨਾ, ਸ਼ੁਕਰੀ ਜਿਹੜੀ ਹਰ ਪਾਸੇ ਹੈ। ਹਾਂਜੀ ਬਿਲਕੁਲ। ਲੇਕਿਨ ਤੁਸੀਂ ਵੀ ਇਹ ਵੇਖੋ ਬਈ ਇੱਕ ਬੰਦਾ ਜਿਹਨੇ ਕੰਮ ਸਿੱਖੇ ਨਹੀਂ ਹੈ, ਜਾਂ ਉਹ ਕਿਸੇ ਮਤਲਬ ਕਿ ਹੁਣ ਵੇਖੋ ਨਾ, ਸੋਨਾ ਹੈ ਗਲ ਦਾ ਸੰਗਾਰ ਹੈ, ਹੱਥ ਦਾ ਸੰਗਾਰ ਹੈ, ਲੇਕਿਨ ਸੋਨਾ ਜਿੰਨਾ ਤੱਕ ਭੱਟੀ ਚ ਲੰਘੇ ਨਾ ਵੀ ਤਾਂ ਜ਼ੇਵਰ ਨਹੀਂ ਬਣਦਾ ਹੈ। ਜਾਂ ਇਸੇ ਤਰ੍ਹਾਂ ਜਿੰਨਾ ਤੱਕ ਕੋਈ ਬੰਦਾ ਕੰਮ ਸਿੱਖਦਾ ਨਹੀਂ ਹੈ ਵੀ, ਜਾਂ ਉਹ ਬੰਦਾ ਨਹੀਂ ਬਣ ਸਕਦਾ ਹੈ। ਸਰ ਮਤਲਬ ਸਿੰਪਲ ਜੀ ਗੱਲ ਹੈ। ਉਹਦੇ ਵਾਸਤੇ ਜ਼ਲਾਲਤ ਹੈ। ਜਾਂ ਅੱਛਾ ਸਿੰਪਲ ਜੀ ਗੱਲ ਹੈ, ਅਗਰ ਤੁਸੀਂ ਬਾਹਰ ਡੇਰੇ ਤੇ ਬੰਦਾ ਰੱਖਦੇ ਹੋ ਕੰਮ ਵਾਸਤੇ, ਹਾਂਜੀ ਦੂਸਰੇ ਦਿਨ ਆ ਕੇ ਮੈਂ ਡਾਕਟਰ ਹਾਂ, ਮੈਂ ਤੁਹਾਡਾ ਇਲਾਜ ਕਰਾਂ, ਤੁਸੀਂ ਕੀ ਨਹੀਂ ਆਖੋਗੇ? ਨਹੀਂ ਹੋ ਸਕਦਾ ਕਦੀ ਵੀ ਇਸੇ ਨਹੀਂ। ਤਰ੍ਹਾਂ ਤੁਸੀਂ ਬਿਲਕੁਲ ਟਰਸਟ ਕਰੋ ਤੇ ਨਹੀਂ ਕਦੀ ਵੀ ਨਹੀਂ। ਤੁਹਾਡੇ ਕੋਲ ਹੁਨਰ ਹੋਣਾ ਚਾਹੀਦਾ, ਤੁਸੀਂ ਜੀ। ਆਪਣਾ ਆਪ ਪਹਿਲਾਂ ਆਪਣੀ ਮਿਹਨਤ, ਆਪਣਾ ਜਿਹੜਾ ਸਕਿੱਲ ਹੈ ਉਹ ਸ਼ੋ ਕਰਨਾ ਹੈ। ਅੱਛਾ ਬਹੁਤ ਸਾਰੇ ਜਿਹੜੀ ਤੁਸੀਂ ਇਸ ਕੰਪਨੀ ਦੇ ਵਿੱਚ ਹੋ, ਤੁਹਾਡੀ ਕੰਸਟਰਕਸ਼ਨ ਦੀ ਕੰਪਨੀ ਜੀ। ਇਸੇ ਤਰ੍ਹਾਂ ਹੀ? ਇੰਟੀਰੀਅਰ ਜੀ। ਇਹ ਜਿਹੜੀ ਤੁਹਾਡੀ ਮਤਲਬ ਹੈ ਇਮਾਰਤਾਂ ਬਣਾਉਣ ਵਾਲੀ ਕੰਪਨੀ, ਇਹਦੇ ਵਿੱਚ ਜਿਹੜੇ ਜੀ ਨੇ ਉਹਨਾਂ ਦੀ ਕਿੰਨੀ ਜ਼ਿਆਦਾ ਤਨਖਾਹ ਹੈ? ਮਤਲਬ ਜਿਹੜੀ ਆ ਥੱਲੜੀ ਲੇਬਰ ਹੈ ਜੀ, ਉਹਨਾਂ ਦੀ ਕੀ ਤਨਖਾਹ ਇਹ ਹੈ? ਮੁxtਲਿਫ ਹੁੰਦੀਆਂ ਨੇ ਕੰਪਨੀਆਂ, ਹਰ ਕੰਪਨੀ ਦਾ ਮਤਲਬ ਸਾਡੇ ਕੋਲ ਜਿਹੜੀ ਸਾਡੀ ਕੰਪਨੀ ਹੈ ਨਾ, ਜੀ। ਮੈਂ ਆਪਣੀ ਕੰਪਨੀ ਦਾ ਦੱਸਣਾ, ਸਾਡੀ ਕੰਪਨੀ ਵਿੱਚ ਲੇਬਰ ਦੀ ਤਨਖਾਹ ਤਕਰੀਬਨ 1800 2000 ਇੱਥੋਂ ਸਟਾਰਟ ਹੁੰਦੀ ਹੈ। ਜੀ ਠੀਕ ਹੈ। ਯਾਨੀ ਕਿ ਕਾਮਾ ਕੰਪਨੀ ਦਾ ਹਰ ਚੀਜ਼ ਕੰਪਨੀ, ਕਾਮਾਂ, ਰਿਹਾਇਸ਼। ਰਿਹਾਇਸ਼, ਆਉਣ ਜਾਣ ਦੀ ਟਿਕਟ, ਜਿਹੜੇ 2 ਮਹੀਨੇ ਛੁੱਟੀ ਦੇਣੀ ਉਹਦੀ ਤਨਖਾਹ। ਜਾ ਉਹ ਫਿਰ ਮੋਜੇ ਨੇ ਫਿਰ ਅਲਹਮਦੁਲਿਲਾ ਜਾ ਮੌਜਾਂ ਜਿਹੜੀਆਂ ਨਾ ਉਹ ਕਿਸੇ ਹੋਰ ਕੈਟਾਗਰੀ ਚਲੇ ਜਾਂਦੀਆਂ, ਲੇਕਿਨ ਅਲਹਮਦੁਲਿਲਾ ਗੁਜ਼ਾਰਾ ਨਹੀਂ, ਬਿਹਤਰੀਨ ਹੋ ਰਿਹਾ। ਜਿਹੜੀ ਮੈਂ ਇਹਦੇ ਬੰਦੇ ਵੇਖੇ ਨੇ, ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਪਾਕਿਸਤਾਨ ਬਿਲਕੁਲ ਜ਼ੀਰੋ ਨਹੀਂ ਬਲਕਿ ਮਾਈਨਸ ਹੋਣ ਕਿਉਂਕਿ ਉਹ ਕਿਸੇ ਦੇ ਖਰਚੇ ਤੇ ਨੇ। ਇੰਜੀ ਗੱਲ ਠੀਕ ਹੈ, ਉਹ ਮਾਈਨਸ ਕਿਸੇ ਦੇ ਖਰਚੇ ਤੱਕ ਇੱਥੇ ਆ ਕੇ ਅਗਰ ਪਾਕਿਸਤਾਨ 2000 ਰੁਪਇਆ ਪਾਕਿਸਤਾਨ ਭੇਜਦਾ ਹੈ ਜਾ ਤੇ ਉਹ ਕਮ ਸੇ ਕਮ 1.5 ਲੱਖ ਰੁਪਇਆ ਬਣਦਾ ਹੈ ਆਲਮੋਸਟ। ਇੰਜੀ ਗੱਲ ਠੀਕ ਹੈ, ਇੱਕ ਬੰਦਾ ਮਾਈਨਸ ਚੋਂ 1.5 ਲੱਖ ਰੁਪਇਆ ਕਮਾਣਾ ਮਹੀਨੇ ਦਾ ਸ਼ੁਰੂ ਕਰ ਦੇਵੇ ਬੜੀ ਗੱਲ ਤੇ ਫਿਰ ਅਲਹਮਦੁਲਿਲਾ ਹੋਰ ਕੀ ਹੈ। ਜਾ ਠੀਕ ਹੈ, ਤੇ ਤੁਸੀਂ ਤੁਹਾਡੇ ਸਾਹਮਣੇ ਮਾਸ਼ਾਅੱਲਾ ਪੜ੍ਹੇ ਲਿਖੇ ਹੋ, ਮੂਸਾ ਅਲੈਹਿਸ ਸਲਾਮ ਦੀ ਕੌਮ ਤੇ ਪੱਕਾ ਪਕਾਇਆ ਹੁੰਦਾ ਸੀ, ਉਹ ਵੀ ਨਹੀਂ ਰਾਜ਼ੀ। ਇੰਜੀ ਗੱਲ ਇਹ ਬਹੁਤ ਸੋਹਣੀ ਗੱਲ ਕੀਤੀ ਬਹੁਤ। ਤੇ ਕਿਸੇ ਵੀ ਹਾਲਤ 'ਚ ਬੰਦਾ ਖੁਸ਼ ਨਹੀਂ ਹੋ ਸਕਦਾ। ਅੱਛਾ ਤੇ ਇਹ ਜਿਹੜਾ ਮਤਲਬ ਤੁਸੀਂ ਇੱਕ ਪਾਕਿਸਤਾਨ ਨੂੰ ਆਏ ਜੀ, ਤੇ ਤੁਹਾਡਾ ਕੋਈ ਆਮ ਬੰਦਾ ਜਿਹੜਾ ਵਰਕਰ ਹੈ ਥਲੜਾ, ਉਹ ਪਾਕਿਸਤਾਨ ਨੂੰ ਆਇਆ ਛੁੱਟੀ ਗੁਜ਼ਾਰ ਕੇ, ਜਿਹੜੀ ਮਤਲਬ ਉਹਦੀ ਨੈਕਸਟ ਛੁੱਟੀ ਹੈ ਉਹ ਕੋਈ ਅਰਸੇ ਬਾਅਦ ਲੱਗੇ ਦੀ ਜਾਂ ਉਹਦੇ ਚ ਕੋਈ ਮਤਲਬ ਹੁੰਦਾ ਕੋਈ ਹਿਸਾਬ ਕਿਤਾਬ? ਵਈ ਸਾਡੀ ਜਿਹੜਾ ਚੰਗੀ ਮਾੜੀ ਕੰਟਰੈਕਟ ਹੁੰਦਾ ਹੈ। ਮੈਂ ਇੱਕ ਗੱਲ ਕਰਾਂ ਨਾ, ਚੰਗੀ ਮਾੜੀ ਬਣਦੀ ਪਤਾ ਨਹੀਂ ਪਿੱਛੇ ਫੈਮਿਲੀ, ਹਾਂਜੀ ਉਹ ਫੈਮਲੀਆਂ ਦੇ ਵਿੱਚ ਸਾਰੇ ਚੰਗੀ ਮਾੜੀ ਹੋ ਜਾਂਦੀ। ਬਿਲਕੁਲ। ਜੇ ਕੋਈ ਚੰਗੀ ਮਾੜੀ ਬਣ ਗਈ ਹੈ ਤੂੰ ਕਿਸੇ ਵਰਕਰ ਨੂੰ ਜਾਣਾ ਪੈ ਗਿਆ ਤੇ ਇਹਦਾ ਕੋਈ ਪ੍ਰੋਸੀਜਰ ਹੋ ਜਾਂਦਾ ਕਿ ਬੰਦਾ ਪਰਤ ਜੇ ਪਿੱਛੇ? ਹਰ ਕੰਪਨੀ ਦਾ ਆਪਣਾ ਹਿਸਾਬ ਹੁੰਦਾ। ਠੀਕ ਹੈ, ਅਸੀਂ ਆਪਣੀ ਕੰਪਨੀ ਦੀ ਗੱਲ ਕਰ ਰਹੇ ਹਾਂ। ਸਾਡੀ ਕੰਪਨੀ ਵਿੱਚ ਮਤਲਬ 2 ਸਾਲ ਬਾਅਦ ਐਗਰੀਮੈਂਟ ਹੈ ਸਾਡਾ, ਸਾਨੂੰ 2 ਸਾਲ ਬਾਅਦ ਛੁੱਟੀ ਮਿਲਣੀ। ਠੀਕ, 2 ਮਹੀਨੇ। ਬਿਲਕੁਲ। ਠੀਕ ਹੈ, ਸਾਡੇ ਮੇਰੇ ਅੱਖਾਂ ਸਾਹਮਣੇ ਇੱਕ ਬੰਦਾ ਸਾਡਾ ਕਸ਼ਮੀਰ ਦਾ ਸੀ, ਉਹ ਛੁੱਟੀ ਕੱਟ ਕੇ ਆਇਆ, ਤਕਰੀਬਨ 1.5-2 ਮਹੀਨੇ ਹੋਇਆ ਸੀ। ਉਹਦਾ ਪਿੱਛੇ ਕੋਈ ਮਤਲਬ ਇਹਦਾ ਕੋਈ ਵਾਕਿਆ ਹੋ ਗਿਆ ਸੀ ਨਾਗਵਾਰ, ਤੇ ਫੌਰਨ ਕੰਪਨੀ ਨੇ ਭੇਜ ਦਿੱਤਾ ਸੀ ਵਿਦਿਨ 3 ਤੋਂ 4 ਘੰਟੇ ਚ। ਕੀ ਬਾਤ। ਹਾਂ ਤੁਸੀਂ ਵੀ ਅਕਸਰ ਵੇਖਿਆ ਹੋਣਾ ਹੈ ਵੀ ਚੰਗੀ ਤੇ ਚਲੋ ਪਹਿਲਾਂ ਹੀ ਪਤਾ ਹੁੰਦਾ ਵੀ ਦਿਹਾੜੇ ਰੱਖ ਲੈਣੇ ਵਿਆਹ ਦੇ ਜਾਂ ਕੋਈ ਨਿਆਣਾ ਜੰਮ ਪਿਆ, ਲੇਕਿਨ ਜਿਸ ਟਾਈਮ ਮਾੜੀ ਹੋ ਜਾਂਦੀ ਤੇ ਫਿਰ ਪਤਾ ਨਹੀਂ ਫਿਰ ਰਲਣ ਬੜਾ ਔਖਾ ਹੋ ਜਾਂਦਾ। ਉਹ ਮੈਂ ਤੁਹਾਨੂੰ ਦੱਸਿਆ ਹਰ ਕੰਪਨੀ ਦਾ ਆਪਣਾ ਮਤਲਬ ਆਪਣਾ ਨਿਜ਼ਾਮ ਹੁੰਦਾ ਹੈ, ਇਹ ਨਹੀਂ ਆਖਿਆ ਜਾ ਸਕਦਾ। ਔਰ ਨਾ ਕੰਪਨੀ ਪਾਬੰਦ ਹੁੰਦੀ ਇਸੇ ਤਰ੍ਹਾਂ, ਕਿਉਂਕਿ ਉਹ ਸਾਡਾ ਐਗਰੀਮੈਂਟ ਹੁੰਦਾ ਹੈ। ਕੰਪਨੀ ਇਸ ਚੀਜ਼ ਦਾ ਪਾਬੰਦ ਕੋਈ ਨਹੀਂ ਹੁੰਦੀ ਕਿ ਤੁਹਾਡਾ ਕੋਈ ਵਾਕਿਆ ਹੋ ਜਾਏ ਤੇ ਅਸੀਂ ਫੌਰਨ ਭੇਜਾਂ ਦੇ ਭੇਜਾਂ ਇਸੇ ਤਰ੍ਹਾਂ। ਅੱਛਾ ਬੋਸ, ਤੁਸੀਂ ਇੱਕ ਮੈਸੇਜ ਦਿਓ ਵੀ ਮਤਲਬ ਕੋਈ ਬੰਦਾ ਉਹਨੂੰ ਕੋਈ ਬਾਹਰੋਂ ਏਜੰਟ ਲੱਭਾ ਜਾਂ ਕੋਈ ਮਾਮਾ ਚਾਚਾ ਉਹਨੇ ਉਹਨੂੰ ਕੋਈ ਸਬਜ਼ ਬਾਗ ਵਹਾ ਕੇ ਆਪਣਾ ਵੀਜ਼ਾ ਵੇਚਣਾ ਤੇ ਉਹ ਬੰਦਾ ਬਗੈਰ ਹੁਨਰ ਤੋਂ ਇੱਥੇ ਆਉਂਦਾ ਪਿਆ,
ਉਹਨੂੰ ਤੁਸੀਂ ਕੀ ਮੈਸੇਜ ਦਿਓਗੇ? ਸਰ ਪਹਿਲੀ ਗੱਲ ਤੇ ਨਾ ਕਿ ਜਿਹੜੇ ਏਜੰਟ ਨੇ ਨਾ, ਜੀ ਅਸੀਂ ਢੂੰਡਨੇ ਆ ਸਬਜ਼ ਬਾਗ ਉਹ ਵਹਾਨ ਸਾਡੇ ਦਰਵਾਜ਼ੇ ਤੇ ਕੋਈ ਨਹੀਂ ਆਉਂਦੇ। ਇੰਜ ਹੀ ਗੱਲ ਹੈ। ਠੀਕ ਹੈ, ਨਹੀਂ, ਉਹ ਯੂਰਪ ਤਾਂ- ਜਾਣਾ ਹੋਵੇ, ਜਾ। ਸਾਊਦੀਆ ਜਾਣਾ ਹੋਵੇ, ਕਿਸੇ ਏਜੰਟ ਕੋਲ ਜਾਣਾ ਹੈ, ਜਾ ਫਿਰ ਉਹਨੂੰ ਸਿਫਾਰਿਸ਼ ਪਵਾਣੀ ਹੈ। ਇੰਜ ਹੀ ਗੱਲ, ਠੀਕ ਹੈ ਯਾਰ ਸਾਡਾ ਕੰਮ ਕਰ ਦੇ, ਇਸੇ ਫਿਰ ਤਰ੍ਹਾਂ ਅਸੀਂ ਖੁਦ ਗਰੰਟੀ ਤੇ ਪੈਸੇ ਰਖਾਨੇ ਆ ਉਹਦੇ ਕੋਲ। ਇਸੇ ਤਰ੍ਹਾਂ ਹੀ। ਠੀਕ ਹੈ, ਇਹ ਬੇਸਿਕ ਚੀਜ਼ਾਂ ਨੇ। ਉਸ ਤੋਂ ਬਾਅਦ ਮੈਂ ਹੁਣ ਏਜੰਟਾਂ ਨੂੰ ਪ੍ਰਮੋਟ ਨਹੀਂ ਕਰਦਾ ਪਿਆ ਲੇਕਿਨ ਮੈਂ ਇੱਕ ਗੱਲ ਪਿਆ ਹਕੀਕਤ ਤੇ ਮੈਂ ਆਪਣੀ ਦੱਸਣਾ ਪਿਆ ਜਾ ਕਿ ਪਹਿਲਾਂ ਏਜੰਟ ਢੂੰਡਣਾ ਹੈ, ਜਾ ਫਿਰ ਮੈਂ ਬੰਦਾ ਢੂੰਡਣਾ ਵਿੱਚ ਕਿ ਯਾਰ ਇਹ ਆਖ ਮੇਰਾ ਕੰਮ ਕਰੇ, ਜਾ ਫਿਰ ਮੈਂ ਗਰੰਟੀ ਖੁਦ ਪੈਸੇ ਰੱਖਣੇ ਨੇ, ਮੈਂ ਪਹਿਲਾਂ ਪੈਸੇ ਰੱਖਾਂਗਾ ਕਿ ਇਸੇ ਯਾਰ ਤਰ੍ਹਾਂ। ਮੇਰਾ ਕੰਮ ਕਰੋ। ਤੇ ਸਭ ਤੋਂ ਪਹਿਲਾਂ ਤੇ ਜਿਹੜਾ ਨਾ ਐਜ਼ ਅ ਮੁਸਲਮ ਸਾਨੂੰ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ। ਜਾ ਉਸ ਤੋਂ ਬਾਅਦ ਸਾਨੂੰ ਇੰਜ ਕਰਨਾ ਚਾਹੀਦਾ ਹੈ ਕਿ ਆਪਣਾ ਹੁਨਰ ਜਾ ਕੁਝ ਨਾ ਕੁਝ ਸਿੱਖਿਆ ਹੋਣਾ ਚਾਹੀਦਾ ਹੈ। ਹਾਂ ਠੀਕ ਹੈ। ਬਿਲਕੁਲ ਬਿਲਕੁਲ। ਤੇ ਦੂਜੇ ਨੰਬਰ ਤੇ ਕਿ ਜਿਹੜਾ ਨਾ ਵੀਜ਼ਾ ਜਾ, ਉਹਦੀ ਜਾ। ਕੈਟਾਗਰੀ ਵੇਖ ਕੇ ਕੈਟਾਗਰੀ ਉਸ ਵੇਖ ਹਿਸਾਬ ਨਾਲ ਇਸੇ ਤਰ੍ਹਾਂ ਹੀ, ਬਿਲਕੁਲ ਇੰਜ ਨਹੀਂ ਹੁੰਦਾ ਕਿ ਸਾਡੇ, ਮੈਂ ਯਕੀਨ ਕਰੋ ਮੈਂ ਅਜੇ ਵੀ ਸਾਊਦੀਆ ਹੁਕੂਮਤ ਦਾ ਮੈਂ ਸਮਝੋ ਸਾਨੂੰ ਸ਼ੁਕਰ ਅਦਾ ਕਰਨਾ ਬੜਾ ਚਾਹੀਦਾ ਜੀ ਬੜਾ। ਅੱਜ ਮੈਰਿਟ ਤੇ ਆ ਜਾਣ ਨਾ ਜਾ, ਜਾ। ਜਿਹਦਾ ਜੋ ਵੀਜ਼ਾ ਉਸ ਉਹ ਕੰਮ ਕਰਨਾ ਹੈ। ਓਏ ਹੋਏ ਤੇ ਮੇਰੇ ਖਿਆਲ ਨਾਲ 80% ਬੰਦੇ ਇੰਜ ਹੀ ਗੱਲ। ਠੀਕ ਹੈ। ਆ ਜਿਹੜੇ ਮਤਲਬ ਸਾਇਕ ਹਾਂਜੀ, ਬਾਕੀ ਗੱਲ ਸਾਰੀ ਸਮਝਦੇ ਨੇ ਬੰਦੇ। ਇੰਜ ਹੀ ਗੱਲ। ਠੀਕ ਹੈ, ਜੇ ਅਗਰ ਅੱਜ ਗਵਰਨਮੈਂਟ ਆਖੇ ਨਾ ਜਿਹਦਾ ਜੋ ਵੀਜ਼ਾ ਹੈ ਉਸ ਉਹ ਹੀ ਕਰਨਾ ਉਹ ਹੀ ਕਰਨਾ। ਤੇ ਅਗਲੀ ਗੱਲ ਫਿਰ ਸਮਝ ਆ ਆ ਤੇ ਬੜਾ ਜਾਂਦੀ ਹੈ। ਔਖਾ ਕੰਮ। ਬੜੀ ਮਿਹਰਬਾਨੀ ਸਰ ਜੀ, ਤੁਸੀਂ ਟਾਈਮ ਕੱਢਿਆ ਤੇ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ। ਅੱਲਾਹ ਸੁਣੇ।